ਸਤਿ ਸ੍ਰੀ ਅਕਾਲ ਬੇਟਾ। ਅੱਜ ਆਪਾਂ ਸਾਡੀ ਵਿਆਕਰਨ ਦੀ ਪਾਠ ਪੁਸਤਕ ਅਜੋਕੀ ਪੰਜਾਬੀ ਵਿਆਕਰਨ ਅਤੇ ਲੇਖ ਰਚਨਾ ਵਿੱਚ ਦਰਜ ਪਾਠ ਦੂਜਾ ਭਾਸ਼ਾ ਅਤੇ ਬੋਲੀ ਬਾਰੇ ਗੱਲ ਕਰਾਂਗੇ। ਇਸ ਪਾਠ ਦੇ ਵਿੱਚ ਸਾਨੂੰ ਭਾਸ਼ਾ ਜਾਂ ਬੋਲੀ ਬਾਰੇ ਦੱਸਿਆ ਗਿਆ। ਸਭ ਤੋਂ ਪਹਿਲਾਂ ਭਾਸ਼ਾ ਜਾਂ ਬੋਲੀ ਕੀ ਹੁੰਦਾ? ਇਹ ਇੱਕ ਸਾਧਨ ਹੈ ਜਿਸ ਰਾਹੀਂ ਮਨੁੱਖ ਆਪਣੇ ਵਿਚਾਰ ਜਾਂ ਆਪਣੇ ਮਨ ਦੀਆਂ ਭਾਵਨਾਵਾਂ ਦੂਜਿਆਂ ਨਾਲ ਸਾਂਝਾ ਕਰਦਾ। ਉਹਨੂੰ ਭਾਸ਼ਾ ਜਾਂ ਬੋਲੀ ਕਿਹਾ ਜਾਂਦਾ। ਹੁਣ ਸ਼ੁਰੂ ਤੋਂ ਹੀ ਮਨੁੱਖ ਹੈ ਜਿਹੜਾ ਉਹ ਆਪਣੇ ਵਿਚਾਰ ਦੂਜਿਆਂ ਨਾਲ ਸਾਂਝੇ ਕਰਦਾ ਰਿਹਾ, ਪਰ ਸ਼ੁਰੂ ਤੋਂ ਭਾਸ਼ਾ ਜਾਂ ਬੋਲੀ ਅੱਜ ਵਾਲੇ ਰੂਪ ਦੇ ਵਿੱਚ ਨਹੀਂ ਸੀ। ਤਾਂ ਇਹ ਆਪਣੇ ਵਿਚਾਰ ਪ੍ਰਗਟ ਵੱਖੋ ਵੱਖਰੇ ਢੰਗਾਂ ਨਾਲ ਕੀਤੇ ਜਾਂਦੇ ਸੀ। ਜਾਂ ਤਾਂ ਇੱਕ ਦੂਜੇ ਨਾਲ ਇਸ਼ਾਰਿਆਂ ਨਾਲ ਗੱਲ ਕੀਤੀ ਜਾਂਦੀ ਸੀ, ਜਾਂ ਤਸਵੀਰਾਂ ਵਾਹ ਕੇ ਇੱਕ ਦੂਸਰੇ ਨੂੰ ਆਪਣੀ ਗੱਲ ਸਮਝਾਈ ਜਾਂਦੀ ਸੀ। ਅੱਜ ਵਾਲੀ ਭਾਸ਼ਾ ਤਾਂ ਹੌਲੀ 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 ਰੂਪ ਬਦਲਦੀ ਹੋਈ ਇੱਥੋਂ ਤੱਕ ਪਹੁੰਚੀ। ਭਾਸ਼ਾ ਹੈ ਬੇਟਾ ਉਹ ਮੁੱਖ ਤੌਰ ਤੇ ਮੌਖਿਕ ਹੈ। ਮੌਖਿਕ ਦਾ ਮਤਲਬ ਜਿਹੜੀ ਸਾਡੇ ਮੁੱਖ ਵਿੱਚੋਂ ਨਿਕਲਦੀ ਹੈ, ਜਿਹਨੂੰ ਅਸੀਂ ਬੋਲ ਸਕਦੇ ਹਾਂ। ਇਸੇ ਕਰਕੇ ਇਹਨੂੰ ਬੋਲੀ ਵੀ ਕਿਹਾ ਜਾਂਦਾ ਹੈ। ਬੋਲੀ ਹੈ ਜਿਹੜਾ ਉਹ ਬੋਲ ਤੋਂ ਹੀ ਬਣਿਆ। ਬਾਅਦ ਵਿੱਚ ਲਿਪੀ ਹੋਂਦ ਵਿੱਚ ਆ ਗਈ। ਲਿਪੀ ਦੇ ਮਦਦ ਦੇ ਨਾਲ ਅਸੀਂ ਇਸ ਨੂੰ ਲਿਖਣ ਲੱਗ ਪਏ। ਠੀਕ ਹੈ। ਭਾਸ਼ਾ ਦੋ ਤਰ੍ਹਾਂ ਦੀ ਮੰਨੀ ਗਈ ਹੈ ਬੇਟਾ। ਆਮ ਬੋਲਚਾਲ ਦੀ ਭਾਸ਼ਾ ਇੱਕ ਨੰਬਰ, ਤੇ ਦੂਸਰੀ ਹੈਗੀ ਹੈ ਸਾਹਿਤਕ ਜਾਂ ਟਕਸਾਲੀ ਭਾਸ਼ਾ। ਹੁਣ ਆਮ ਬੋਲਚਾਲ ਦੀ ਭਾਸ਼ਾ, ਇਹ ਬੋਲਣ ਤੋਂ ਹੀ ਆਪਾਂ ਨੂੰ ਪਤਾ ਲੱਗ ਗਿਆ ਵੀ ਉਹ ਭਾਸ਼ਾ ਜਿਹਨੂੰ ਅਸੀਂ ਆਮ ਹੀ ਬੋਲਦੇ ਆਂ, ਆਪਣੀ ਜ਼ਿੰਦਗੀ ਦੇ ਵਿੱਚ ਇੱਕ ਦੂਸਰੇ ਨਾਲ ਗੱਲਬਾਤ ਕਰਦੇ ਆਂ, ਉਹ ਸਾਡੀ ਆਮ ਬੋਲਚਾਲ ਦੀ ਭਾਸ਼ਾ ਹੋਗੀ। ਹੁਣ ਜਿਵੇਂ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਆਂ, ਬੋਲ ਕੇ ਤੁਹਾਨੂੰ ਦੱਸ ਰਹੀ ਆਂ, ਤੁਸੀਂ ਮੇਰੀ ਗੱਲ ਸਮਝ ਰਹੇ ਹੋ। ਇਹ ਆਮ ਬੋਲਚਾਲ ਦੀ ਭਾਸ਼ਾ ਦੇ ਵਿੱਚ ਹੀ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ। ਦੂਸਰੀ ਹੁੰਦੀ ਹੈ ਸਾਹਿਤਕ ਜਾਂ ਟਕਸਾਲੀ ਭਾਸ਼ਾ। ਇਹਦੀ ਵਰਤੋਂ ਬੇਟਾ ਲਿਖਣ ਸਮੇਂ ਕੀਤੀ ਜਾਂਦੀ ਹੈ। ਜਿਵੇਂ ਤੁਸੀਂ ਅਖਬਾਰਾਂ ਦੇ ਵਿੱਚ, ਕਿਤਾਬਾਂ ਦੇ ਵਿੱਚ ਲਿਖੀ ਹੋਈ ਭਾਸ਼ਾ ਦੇਖਦੇ ਹੋ ਨਾ, ਪੰਜਾਬੀ ਭਾਸ਼ਾ ਜਿਹੜੀ ਉਸਨੂੰ ਪੜ੍ਹਦੇ ਹੋ, ਉਹ ਸਾਹਿਤਕ ਜਾਂ ਟਕਸਾਲੀ ਭਾਸ਼ਾ ਹੁੰਦੀ ਹੈ। ਉਹਨੂੰ ਸਾਹਿਤਕ ਜਾਂ ਟਕਸਾਲੀ ਕਿਉਂ ਕਹਿੰਦੇ ਆ? ਕਿਉਂਕਿ ਲਿਖਣ ਸਮੇਂ ਅਸੀਂ ਵਿਆਕਰਨ ਦੇ ਨਿਯਮਾਂ ਦੀ ਪਾਲਣਾ ਕਰਦੇ ਹਾਂ। ਬੋਲਣ ਸਮੇਂ ਅਸੀਂ ਨਹੀਂ ਉਸ ਤਰ੍ਹਾਂ ਨਾਲ ਕਰਦੇ, ਕਿਉਂਕਿ ਕਈ ਵਾਰ ਅਸੀਂ ਕੋਈ ਵਾਕ ਹੈ ਜਿਹੜਾ ਉਹ ਵਿੱਚੋਂ ਹੀ ਛੱਡ ਦਿੰਨੇ ਆ। ਸਾਡੇ ਸਾਹਮਣੇ ਜਿਹੜਾ ਸੁਣਨ ਵਾਲਾ ਹੈ ਫਿਰ ਵੀ ਉਸ ਗੱਲ ਨੂੰ ਪੂਰੀ ਤਰ੍ਹਾਂ ਨਾਲ ਸਮਝ ਜਾਂਦਾ, ਪਰ ਲਿਖਤੀ ਹੈ ਜਿਹੜਾ ਉਹ ਅਸੀਂ ਸਾਹਮਣੇ ਨਹੀਂ ਹੁੰਦੇ ਸੁਣਨ ਵਾਲੇ ਦੇ, ਤਾਂ ਸਾਨੂੰ ਵਿਆਕਰਨ ਦੇ ਨਿਯਮਾਂ ਦੀ ਪੂਰੀ ਵਰਤੋਂ ਕਰਨੀ ਪੈਂਦੀ ਹੈ। ਜਿਹੜਾ ਅਸੀਂ ਸਾਹਿਤ ਪੜ੍ਹਦੇ ਹਾਂ, ਸਾਡੀ ਪਾਠ ਪੁਸਤਕ ਦੇ ਵਿੱਚ ਕਹਾਣੀਆਂ, ਲੇਖ ਸ਼ਾਮਿਲ ਕੀਤੇ ਗਏ ਹੈ, ਕਵਿਤਾਵਾਂ ਨੇ, ਇਹ ਸਾਰੀਆਂ ਦੀਆਂ ਸਾਰੀਆਂ ਬੇਟਾ ਸਾਹਿਤਕ ਜਾਂ ਟਕਸਾਲੀ ਭਾਸ਼ਾ ਦੇ ਵਿੱਚ ਹੀ ਲਿਖੀਆਂ ਗਈਆਂ। ਹੁਣ ਜੇ ਆਪਾਂ ਇੱਥੇ ਉਦਾਹਰਨ ਲੈਨੇ ਆ, ਆਪਾਂ ਉਦਾਹਰਨ ਪੰਜਾਬੀ ਭਾਸ਼ਾ ਦੀ ਹੀ ਲੈਨੇ ਆ। ਹੈ ਉਹ ਪੰਜਾਬੀ ਭਾਸ਼ਾ ਹੀ, ਉਹਨੂੰ ਆਪਾਂ ਦੋ ਭਾਗਾਂ 'ਚ ਵੰਡਤਾ। ਇੱਕ ਤਾਂ ਆਮ ਬੋਲਚਾਲ ਦੀ ਭਾਸ਼ਾ ਜਿਹੜੀ ਅਸੀਂ ਬੋਲ ਕੇ ਇੱਕ ਦੂਸਰੇ ਨਾਲ ਗੱਲਬਾਤ ਕਰਦੇ ਆਂ। ਦੂਜੀ ਸਾਹਿਤਕ ਜਾਂ ਟਕਸਾਲੀ ਭਾਸ਼ਾ ਜਿਹੜੀ ਸਾਨੂੰ ਕਿਤਾਬਾਂ ਦੇ ਵਿੱਚ ਲਿਖੀ ਹੋਈ ਜਾਂ ਅਖਬਾਰਾਂ ਦੇ ਵਿੱਚ ਲਿਖੀ ਹੋਈ ਮਿਲਦੀ ਹੈ। ਉਸ ਤੋਂ ਬਾਅਦ ਹੈ ਬੇਟਾ ਲਿਪੀ। ਲਿਪੀ ਕੀ ਹੁੰਦੀ ਹੈ? ਹੁਣ ਆਪਾਂ ਪਹਿਲਾਂ ਭਾਸ਼ਾ ਦੀ ਗੱਲ ਕੀਤੀ ਹੈ। ਭਾਸ਼ਾ ਨੂੰ ਲਿਖਣ ਦੇ ਲਈ ਜਿਹੜੇ ਅੱਖਰਾਂ ਜਾਂ ਚਿੰਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਹਨਾਂ ਦੇ ਸਮੂਹ ਨੂੰ ਲਿਪੀ ਕਹਿੰਦੇ ਆ। ਹੁਣ ਜਿਹੜੀ ਭਾਸ਼ਾ ਜਦੋਂ ਅਸੀਂ ਲਿਖਣ ਲੱਗਦੇ ਆਂ, ਅਸੀਂ ਕਈ ਚਿੰਨ੍ਹ ਵਰਤਦੇ ਆ ਨਾ, ਉਹ ਚਿੰਨ੍ਹ ਕਿਸੇ ਖਾਸ ਭਾਸ਼ਾ ਦੀ ਲਿਪੀ ਹੁੰਦੀ ਹੈ। ਇਹ ਹਰ ਭਾਸ਼ਾ ਦੀ ਆਪੋ ਆਪਣੀ ਲਿਪੀ ਹੁੰਦੀ ਹੈ। ਹਰ ਭਾਸ਼ਾ ਦੀ ਜਿਹੜੀ ਖਾਸ ਲਿਪੀ ਹੈ, ਉਸ ਦੇ ਵਿੱਚ ਹੀ ਉਸ ਭਾਸ਼ਾ ਨੂੰ ਬਹੁਤ ਵਧੀਆ ਤਰ੍ਹਾਂ ਨਾਲ ਲਿਖਿਆ ਜਾ ਸਕਦਾ। ਹੁਣ ਜਿਵੇਂ ਆਪਣੀ ਪੰਜਾਬੀ ਭਾਸ਼ਾ ਹੈ, ਤਾਂ ਪੰਜਾਬੀ ਭਾਸ਼ਾ ਲਿਖਣ ਲਈ ਅਸੀਂ ਗੁਰਮੁਖੀ ਲਿਪੀ ਦੀ ਵਰਤੋਂ ਕਰਦੇ ਹਾਂ। ਜਿਹੜੀ ਲਿਪੀ ਅਸੀਂ ਲਿਖਣ ਲਈ ਵਰਤਦੇ ਹਾਂ ਪੰਜਾਬੀ ਦੇ ਵਿੱਚ, ਉਹ ਹੈ ਗੁਰਮੁਖੀ ਲਿਪੀ। ਹੁਣ ਜੇ ਅਸੀਂ ਪੰਜਾਬੀ ਨੂੰ ਕਿਸੇ ਹੋਰ ਭਾਸ਼ਾ ਦੀ, ਹਿੰਦੀ ਜਾਂ ਅੰਗਰੇਜ਼ੀ ਭਾਸ਼ਾ ਦੀ ਲਿਪੀ ਦੇ ਵਿੱਚ ਲਿਖਦੇ ਹਾਂ, ਤਾਂ ਉਹ ਗੱਲ ਨਹੀਂ ਬਣਦੀ। ਅਸੀਂ
ਗੁਰਮੁਖੀ ਲਿਪੀ ਦੇ ਵਿੱਚ ਹੀ ਪੰਜਾਬੀ ਨੂੰ ਬਹੁਤ ਵਧੀਆ ਤਰ੍ਹਾਂ ਨਾਲ ਲਿਖ ਸਕਦੇ ਹਾਂ। ਇਹ ਤੁਸੀਂ ਯਾਦ ਰੱਖਣਾ ਹੈ ਕਿ ਪੰਜਾਬੀ ਭਾਸ਼ਾ ਨੂੰ ਲਿਖਣ ਲਈ ਗੁਰਮੁਖੀ ਲਿਪੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਹਿੰਦੀ ਤੇ ਅੰਗਰੇਜ਼ੀ ਦੀਆਂ ਲਿਪੀਆਂ ਦੇ ਵੀ ਨਾਂ ਹੈ ਜਿਹੜੇ ਉਹ ਤੁਹਾਨੂੰ ਪਤਾ ਹੋਣਾ ਚਾਹੀਦੇ ਹੈ। ਹਿੰਦੀ ਭਾਸ਼ਾ ਦੀ ਲਿਪੀ ਦਾ ਨਾਂ ਦੇਵਨਾਗਰੀ ਹੈ ਤੇ ਅੰਗਰੇਜ਼ੀ ਭਾਸ਼ਾ ਦੀ ਲਿਪੀ ਹੈ ਜਿਹੜੀ ਉਹ ਰੋਮਨ ਹੈ। ਅੱਗੇ ਬੇਟਾ ਆ ਗਿਆ ਆਪਣੇ ਵਰਣਮਾਲਾ ਕਿ ਵਰਣਮਾਲਾ ਕੀ ਹੁੰਦੀ ਹੈ। ਹੁਣ ਜਿਹੜੇ ਗੁਰਮੁਖੀ ਦੇ ਅੱਖਰ ਨੇ, ਗੁਰਮੁਖੀ ਦੇ ਅੱਖਰ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਜਦੋਂ ਆਪਾਂ ਲਿਪੀ ਦੀ ਗੱਲ ਕੀਤੀ ਹੈ। ਊੜਾ, ਆੜਾ, ਈੜੀ, ਸੱਸਾ, ਇਹ ਸਾਰੇ ਦੇ ਸਾਰੇ ਅੱਖਰ ਬੇਟਾ ਇਹ ਜਦੋਂ ਆਪਾਂ ਲਿਖਦੇ ਆ ਨਾ ਤਾਂ ਇਹਨਾਂ ਨੂੰ ਲਿਪੀ ਕਹਿੰਦੇ ਆ। ਹੁਣ ਗੁਰਮੁਖੀ ਅੱਖਰ ਇਹ ਸਾਰੇ ਜਦੋਂ ਇੱਕ ਤਰਤੀਬ 'ਚ ਲਿਖੇ ਜਾਂਦੇ ਆ ਤਾਂ ਉਹਨੂੰ ਗੁਰਮੁਖੀ ਵਰਣਮਾਲਾ ਆਖਦੇ ਆ। ਤਰਤੀਬ ਦਾ ਕੀ ਮਤਲਬ? ਤਰਤੀਬ ਦਾ ਅਰਥ ਹੈ ਊੜੇ ਤੋਂ ਸ਼ੁਰੂ ਕਰਨਾ। ਊੜੇ ਤੋਂ ਸ਼ੁਰੂ ਕਰਕੇ ਅਖੀਰ ਤੱਕ ੜਾੜੇ ਤੋਂ ਬਾਅਦ ਪੈਰ ਬਿੰਦੀ ਵਾਲੇ ਅੱਖਰ ਵੀ ਸਾਰੇ ਲਿਖੀਏ ਤਾਂ ਉਹਨੂੰ ਅਸੀਂ ਗੁਰਮੁਖੀ ਵਰਣਮਾਲਾ ਕਹਿੰਦੇ ਆ। ਇਹ ਗੁਰਮੁਖੀ ਲਿਪੀ ਦੇ ਪਹਿਲਾ ਅੱਖਰ ਹੈ ਜਿਹੜਾ ਉਹ 35 ਸੀਗੇ। ਇਸ ਕਰਕੇ ਕਈ ਵਾਰ ਇਹਨੂੰ ਆਪਾਂ 35 ਵੀ ਕਹਿ ਦਿੰਦੇ ਸੀਗੇ। 35 ਅੱਖਰ ਹੋਣ ਕਰਕੇ ਉਦੋਂ ਨਾਂ ਹੀ ਜ਼ਿਆਦਾ ਇਹਦਾ 35 ਅੱਖਰੀ ਪ੍ਰਚਲਿਤ ਸੀ। 35 ਅੱਖਰ ਊੜੇ ਤੋਂ ਲੈ ਕੇ ੜਾੜੇ ਤੱਕ ਜੇ ਆਪਾਂ ਸਾਰੇ ਗਿਣੀਏ ਤਾਂ ਇਹ 35 ਅੱਖਰ ਹੋ ਜਾਂਦੇ ਆ। ਪਰ ਇਸ ਦੇ ਵਿੱਚ 6 ਅੱਖਰ ਹੈ ਜਿਹੜੇ ਪੈਰ ਬਿੰਦੀ ਵਾਲੇ ਉਹ ਬਾਅਦ ਦੇ ਵਿੱਚ ਸ਼ਾਮਿਲ ਕੀਤੇ ਗਏ। ਇਹ ਕਿਹੜੇ ਕਿਹੜੇ ਹੈ? ਸੱਸਾ, ਖੱਖਾ, ਗੱਗਾ, ਜੱਜਾ ਤੇ ਫੱਫਾ। ਇਹਨਾਂ ਦੇ ਪੈਰ ਦੇ ਵਿੱਚ ਬਿੰਦੀ ਪਾ ਕੇ ਅਸੀਂ ਇਹਨਾਂ ਨੂੰ ਆਪਣੀ ਵਰਣਮਾਲਾ ਦੇ ਵਿੱਚ ਸ਼ਾਮਿਲ ਕਰ ਲਿਆ। ਇਸੇ ਤਰ੍ਹਾਂ ਇੱਕ ਹੋਰ ਅੱਖਰ ਹੈ ਜਿਹੜਾ ਉਹ ਲੱਲਾ, ਲੱਲੇ ਪੈਰ ਬਿੰਦੀ ਹੈ। ਇਹ ਅੱਖਰ ਸ਼ਾਮਿਲ ਕਰਨ ਦੀ ਲੋੜ ਕਿਉਂ ਪਈ? ਹੁਣ ਦੇਖੋ ਆਪਣੇ ਉੱਤੇ ਬਹੁਤ ਦੇਰ ਮੁਗਲਾਂ ਦਾ ਪ੍ਰਭਾਵ ਰਿਹਾ। ਮੁਗਲ ਰਾਜੇ ਆ ਜਿਹੜੇ ਉਹ ਰਾਜ ਕਰਦੇ ਰਹੇ ਤਾਂ ਉਹਨਾਂ ਦੀ ਜਿਹੜੀ ਭਾਸ਼ਾ ਸੀਗੀ ਉਹ ਆਪਣੇ ਇੱਥੇ ਲੋਕਾਂ ਨੇ ਥੋੜੀ ਬਹੁਤ ਅਪਣਾ ਲਈ, ਕਿਉਂਕਿ ਇੰਨੀ ਦੇਰ ਜਦੋਂ ਉਹ ਰਾਜ ਕਰਦੇ ਰਹੇ ਤਾਂ ਉਹਨਾਂ ਦੇ ਕੁਝ ਖਾਸ ਜਿਹੜੇ ਸ਼ਬਦ ਸੀਗੇ ਉਹ ਆਪਣੇ ਆਮ ਲੋਕਾਂ ਦੀ ਬੋਲੀ ਦੇ ਵਿੱਚ ਵੀ ਸ਼ਾਮਿਲ ਹੋ ਗਏ। ਪਰ ਉਹਨਾਂ ਨੂੰ ਲਿਖਣ ਵੇਲੇ ਪਰੇਸ਼ਾਨੀ ਆਉਂਦੀ ਸੀ ਕਿਉਂਕਿ ਉਹਨਾਂ ਦੀ ਲਿਪੀ ਜਾਂ ਉਹਨਾਂ ਦੀ ਭਾਸ਼ਾ ਸਾਡੇ ਨਾਲੋਂ ਵੱਖਰੀ ਸੀ। ਤਾਂ ਇਸ ਕਰਕੇ ਉਸ ਲੋੜ ਨੂੰ ਪੂਰੀ ਕਰਨ ਲਈ ਪੈਰ ਬਿੰਦੀ ਵਾਲੇ 5 ਅੱਖਰ ਹੈ ਜਿਹੜੇ ਉਹ ਸਾਡੀ ਵਰਣਮਾਲਾ ਵਿੱਚ ਸ਼ਾਮਿਲ ਕਰਨੇ ਪਏ, ਜਿਹੜੇ ਸੀਗੇ ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ ਅਤੇ ਫੱਫੇ ਪੈਰ ਬਿੰਦੀ। ਹੌਲੀ ਹੌਲੀ ਆਪਣੇ ਜਿਹੜੇ ਪੰਜਾਬੀ ਵਿਭਾਗ ਹੈ ਪਟਿਆਲੇ ਵਿਖੇ ਉਹਨੇ ਇੱਕ ਹੋਰ ਧੁਨੀ ਦੀ ਪਹਿਚਾਣ ਕਰ ਲਈ। ਉਹ ਧੁਨੀ ਹੈ ਲੱਲਾ, ਲੱਲੇ ਪੈਰ ਬਿੰਦੀ। ਇਹ ਧੁਨੀ ਇਹਨਾਂ 5 ਅੱਖਰਾਂ ਤੋਂ ਬਾਅਦ ਦੇ ਵਿੱਚ ਸ਼ਾਮਿਲ ਕੀਤੀ ਗਈ। ਤਾਂ ਇਸ ਤਰ੍ਹਾਂ ਨਾਲ ਪੈਰ ਬਿੰਦੀ ਵਾਲੇ ਜਿਹੜੇ 6 ਅੱਖਰ ਹੈ ਉਹ 35 ਦੇ ਵਿੱਚ ਸ਼ਾਮਿਲ ਹੋ ਗਏ। 35 ਤੇ 6 ਬਣ ਗਏ 41। ਤਾਂ ਇਸ ਤਰ੍ਹਾਂ ਅੱਜ ਦੀ ਜਿਹੜੀ ਸਾਡੀ ਪੰਜਾਬੀ ਵਰਣਮਾਲਾ ਹੈ ਉਸ ਦੇ ਵਿੱਚ ਗਿਣਤੀ 41 ਹੋ ਗਈ। ਠੀਕ ਹੈ। ਇਹ ਜਿਹੜੇ 41 ਦੇ 41 ਅੱਖਰ ਹੈ ਇਹਨਾਂ ਨੂੰ ਗਾਂ ਕੁਝ ਵਰਗਾਂ ਦੇ ਵਿੱਚ ਵੰਡਿਆ ਹੋਇਆ। ਇਹਨਾਂ ਦੇ ਵਰਗ ਬਣਾ ਲਏ ਗਏ, ਹਰ ਵਰਗ ਦਾ ਨਾਂ ਰੱਖ ਲਿਆ ਗਿਆ। ਹੁਣ ਇਹ ਵਰਗ ਹੈ ਜਿਹੜੇ ਉਹਨਾਂ ਦਾ ਨਾਮ ਹੈ ਤੁਹਾਨੂੰ ਪਹਿਲਾਂ ਦੱਸਾਂ। ਮੁੱਖ ਵਰਗ, ਕੱਕਾ ਵਰਗ, ਚੱਚਾ ਵਰਗ, ਟੈਂਕਾ ਵਰਗ, ਤੱਤਾ ਵਰਗ, ਪੱਪਾ ਵਰਗ, ਅੰਤਿਮ ਵਰਗ ਤੇ ਨਵੀਨ ਵਰਗ। ਹੁਣ ਇਹ ਮੁੱਖ ਵਰਗ ਕਿਹੜਾ ਹੈ? ਮੁੱਖ ਵਰਗ ਦੇ ਵਿੱਚ ਪਹਿਲੇ 5 ਅੱਖਰ ਹੈ ਊੜਾ, ਆੜਾ, ਈੜੀ, ਸੱਸਾ, ਹਾਹਾ। ਉਸ ਤੋਂ ਬਾਅਦ ਆਉਂਦਾ ਹੈ ਕੱਕਾ ਵਰਗ, ਕੱਕਾ, ਖੱਖਾ, ਗੱਗਾ, ਘੱਗਾ, ঞ। ਇਹ ਹੁਣ ਕੱਕਾ ਵਰਗੇ ਨੂੰ ਕਿਉਂ ਕਹਿੰਦੇ ਆ? ਕਿਉਂਕਿ ਇਹ ਕੱਕਾ ਤੋਂ ਸ਼ੁਰੂ ਹੁੰਦਾ ਹੈ। ਉਸ ਤੋਂ ਬਾਅਦ ਚੱਚਾ ਵਰਗ ਹੈ ਜਿਹੜਾ ਚੱਚੇ ਤੋਂ ਸ਼ੁਰੂ ਹੋ ਗਿਆ। ਟੈਂਕਾ ਵਰਗ ਟੈਂਕੇ ਤੋਂ ਸ਼ੁਰੂ ਹੋ ਗਿਆ। ਤੱਤਾ ਵਰਗ ਤੱਤੇ ਤੋਂ ਸ਼ੁਰੂ ਹੋ ਗਿਆ। ਪੱਪਾ ਵਰਗ ਪੱਪੇ ਤੋਂ ਸ਼ੁਰੂ ਹੋਇਆ ਤੇ ਅੰਤਿਮ ਵਰਗ ਯਈਏ ਤੋਂ ਸ਼ੁਰੂ ਹੋਇਆ। ਤੇ ਨਵੀਨ ਵਰਗ ਦੇ ਵਿੱਚ 6 ਅੱਖਰ ਹੈ, 6 ਦੇ 6 ਪੈਰ ਬਿੰਦੀ ਵਾਲੇ, ਜਦ ਕਿ ਤੋਂ ਉੱਪਰ ਵਾਲੇ ਸਾਰੇ ਵਰਗ ਹੈ ਜਿਹੜੇ ਉਹਨਾਂ ਦੇ ਵਿੱਚ 5-5 ਅੱਖਰ ਨੇ। ਇਹ ਆਪਾਂ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਣਾ।
ਹੁਣ ਪਹਿਲੇ ਜਿਹੜਾ ਵਰਗ, ਇਹ ਪਹਿਲੀ ਸਤਰ ਹੋ ਗਈ ਜਿਹੜੀ, ਉਸ ਦੇ ਪਹਿਲੇ ਨਾਂ ਤੋਂ ਹੀ, ਪਹਿਲੇ ਅੱਖਰ ਤੋਂ ਹੀ ਉਸ ਵਰਗ ਦਾ ਆਪਾਂ ਨਾਂ ਬਣਾ ਲਿਆ। ਪਰ ਪਹਿਲੇ ਵਰਗ ਨੂੰ ਅਸੀਂ ਊੜੇ ਵਾਲੇ ਨੂੰ ਮੁੱਖ ਵਰਗ ਕਹਿ ਲਿਆ। ਉਸ ਤੋਂ ਬਾਅਦ ਪੱਪਾ ਤੱਕ ਪਹਿਲੇ ਅੱਖਰ ਦੇ ਆਧਾਰ ਤੇ ਕੱਕਾ ਵਰਗ, ਚੱਚਾ ਵਰਗ, ਟੈਂਕਾ ਵਰਗ, ਤੱਤਾ ਵਰਗ ਤੇ ਪੱਪਾ ਵਰਗ ਬਣ ਗਏ। ਉਸ ਤੋਂ ਬਾਅਦ ਯਈਆ, ਰਾਰਾ, ਲੱਲਾ, ਵਾਵਾ, ਡਾੜਾ ਇਹ ਅੰਤਿਮ ਵਰਗ ਬਣ ਗਿਆ ਤੇ ਪੈਰ ਬਿੰਦੀ ਵਾਲੇ ਅੱਖਰ ਇਹ ਨਵੀਨ ਵਰਗ, ਯਾਨੀ ਕਿ ਨਵੇਂ ਅੱਖਰ ਜਿਹੜੇ ਸ਼ਾਮਿਲ ਹੋਏ ਐ ਉਹ ਬਣ ਗਿਆ ਬੇਟਾ। ਉਸ ਤੋਂ ਬਾਅਦ ਧੁਨੀਆਂ ਦੀਆਂ ਦੋ ਕਿਸਮਾਂ ਹੁੰਦੀਆਂ। ਧੁਨੀਆਂ ਯਾਨੀ ਕਿ ਆਵਾਜ਼ਾਂ ਜਿਹੜੀਆਂ ਸਾਡੇ ਮੂੰਹ ਦੇ ਵਿੱਚੋਂ ਨਿਕਲਦੀਆਂ। ਇਹ ਦੋ ਕਿਸਮਾਂ ਕਿਹੜੀਆਂ? ਪਹਿਲੀ ਹੈ ਸਵਰ ਤੇ ਦੂਸਰੀ ਹੈ ਵਿਅੰਜਨ। ਹੁਣ ਸਵਰ ਧੁਨੀ ਕਿਹੜੀ ਹੁੰਦੀ ਹੈ? ਸਵਰ ਧੁਨੀਆਂ ਉਹ ਹੁੰਦੀਆਂ ਜਿਨ੍ਹਾਂ ਨੂੰ ਬੋਲਣ ਸਮੇਂ ਉਚਾਰਨ ਅੰਗ ਕੋਈ ਰੁਕਾਵਟ ਨਹੀਂ ਪਾਉਂਦੇ ਤੇ ਆਵਾਜ਼ ਮੂੰਹ ਵਿੱਚੋਂ ਬੇਰੋਕ ਬਾਹਰ ਨਿਕਲਦੀ ਹੈ। ਇਸ ਗੱਲ ਦਾ ਬੇਟਾ ਕੀ ਅਰਥ ਹੈ ਕਿ ਜਦੋਂ ਅਸੀਂ ਕੁਝ ਅੱਖਰ ਬੋਲਦੇ ਆਂ ਤਾਂ ਸਾਡੇ ਮੂੰਹ ਦੇ ਉਚਾਰਨ ਅੰਗ ਕਿਹੜੇ ਹੁੰਦੇ ਆ? ਤੁਹਾਨੂੰ ਮੈਂ ਸੰਖੇਪ ਚ ਦੱਸਦੀ ਆਂ ਕਿ ਜਿਵੇਂ ਆਪਣਾ ਤਾਲੂਆ, ਜੀਭ, ਦੰਦ, ਕਾਂ ਇਹ ਸਾਡੇ ਉਚਾਰਨ ਅੰਗ ਮੰਨੇ ਜਾਂਦੇ ਆ। ਇਹਨਾਂ ਨੂੰ ਬੋਲਣ ਸਮੇਂ, ਉਚਾਰਨ ਸਮੇਂ ਇਹ ਅੰਗ ਕੋਈ ਰੁਕਾਵਟ ਨਹੀਂ ਪਾਉਂਦੇ। ਹਵਾ ਹੈ ਜਿਹੜੀ ਉਹ ਬੇਰੋਕ ਸਾਡੇ ਮੂੰਹ ਵਿੱਚੋਂ ਬਾਹਰ ਨਿਕਲਦੀ ਹੈ, ਤਾਂ ਉਹਨਾਂ ਧੁਨੀਆਂ ਨੂੰ ਅਸੀਂ ਸਵਰ ਧੁਨੀਆਂ ਕਹਿੰਦੇ ਆ। ਇਹ ਤਿੰਨ ਨੇ, ਊੜਾ, ਆੜਾ, ਈੜੀ, ਇਹ ਸਵਰ ਅੱਖਰ ਹੈ। ਪਰ ਧੁਨੀਆਂ ਜਿਹੜੀਆਂ ਉਹ 10 ਨੇ। ਧੁਨੀਆਂ 10 ਕਿਹੜੀਆਂ ਨੇ? ਉਹੀ ਮੁਹਾਰਨੀ ਜਿਹੜੀ ਤੁਸੀਂ ਪ੍ਰਾਇਮਰੀ ਸਕੂਲ ਚ ਪੜ੍ਹ ਕੇ ਆਏ ਹੋ, ਆ, ਇਹ ਈ, ਊ, ਇਹ ਐ, ਉਹ ਔ। ਇਹ ਮੁਹਾਰਨੀ ਹੈ ਜਿਹੜੀ, ਇਹ ਸਵਰ ਧੁਨੀਆਂ ਨੇ 10। ਪਰ ਅੱਖਰ ਹੈ ਜਿਹੜੇ ਊੜਾ, ਆੜਾ, ਈੜੀ, ਇਹ 3 ਸਵਰ ਅੱਖਰ ਹੈ। ਇਹ ਤੁਸੀਂ ਯਾਦ ਰੱਖਣੇ ਹੈ। ਜਦ ਤੱਕ ਤੁਸੀਂ ਪੰਜਾਬੀ ਪੜ੍ਹਦੇ ਰਹੋਗੇ ਉਨੀ ਦੇਰ ਤੱਕ ਤੁਹਾਨੂੰ ਪ੍ਰੀਖਿਆ ਦੇ ਵਿੱਚ ਇਹ ਸਵਾਲ ਪੁੱਛੇ ਹੀ ਜਾਣਾ ਹੈ ਕਿ ਪੰਜਾਬੀ ਦੇ ਵਿੱਚ ਸਵਰ ਅੱਖਰ ਹੈ ਜਿਹੜੇ ਉਹ ਕਿੰਨੇ ਹੈ? 3 ਹੈ, ਊੜਾ, ਆੜਾ, ਈੜੀ। ਜਦ ਕਿ ਉਚਾਰਨ ਪੱਖੋਂ ਸਵਰ ਧੁਨੀਆਂ ਕਿੰਨੀਆਂ ਨੇ? ਉਹ 10 ਨੇ। ਇਹ ਉਹੀ ਮੁਹਾਰਨੀ ਹੈ ਜਿਹੜੀ ਆਪਾਂ ਪ੍ਰਾਇਮਰੀ ਸਕੂਲ ਦੇ ਵਿੱਚ ਸਿੱਖੀ ਸੀ। ਹੁਣ ਇਹ ਤਾਂ ਪਹਿਲੀ ਕਿਸਮ ਹੋ ਗਈ ਧੁਨੀਆਂ ਦੀ। ਦੂਸਰੀ ਕਿਸਮ ਹੈ ਜਿਹੜੀ ਵਿਅੰਜਨ। ਹੁਣ ਵਿਅੰਜਨ ਹੈ ਜਿਹੜੀਆਂ ਉਹ ਕਿਹੜੀਆਂ ਧੁਨੀਆਂ ਹੁੰਦੀਆਂ? ਜਿਨ੍ਹਾਂ ਦੇ ਉਚਾਰਨ ਸਮੇਂ ਉਚਾਰਨ ਅੰਗ ਥੋੜੀ ਬਹੁਤ ਰੁਕਾਵਟ ਪਾਉਂਦੇ ਆ। ਹੁਣ ਸਵਰ ਧੁਨੀਆਂ ਦੇ ਵਿੱਚ ਤਾਂ ਇਹ ਸੀ ਕਿ ਬੋਲਣ ਸਮੇਂ ਉਚਾਰਨ ਅੰਗ ਕੋਈ ਰੁਕਾਵਟ ਨਹੀਂ ਪਾਉਂਦੇ। ਪਰ ਵਿਅੰਜਨ ਧੁਨੀਆਂ ਜਿਨ੍ਹਾਂ ਦੇ ਬੋਲਣ ਸਮੇਂ ਉਚਾਰਨ ਅੰਗ ਥੋੜੀ ਬਹੁਤ ਰੁਕਾਵਟ ਪਾਉਂਦੇ ਆ। ਤਾਂ ਉਚਾਰਨ ਅੰਗ ਉਹੀ ਹੈ ਜਿਹੜੇ ਮੈਂ ਤੁਹਾਨੂੰ ਦੱਸਿਆ ਹੈ, ਜੀਭ, ਤਾਲੂ, ਦੰਦ, ਕਾਂ। ਇਹ ਕਿਵੇਂ ਉਚਾਰਨ ਪਾਉਂਦੇ ਆ? ਜੀਭ ਕਦੇ ਤਾਲੂ ਦੇ ਨਾਲ ਛੂੰਹਦੀ ਹੈ, ਕਦੇ ਦੰਦਾਂ ਦੇ ਅੰਦਰਲੇ ਪਾਸੇ ਛੂੰਹਦੀ ਹੈ। ਕਈ ਵਾਰ ਬੁੱਲ ਥੋੜੀ ਦੇਰ ਲਈ ਮੀਟੇ ਜਾਂਦੇ ਆ। ਠੀਕ ਹੈ, ਤਾਂ ਇਹ ਫਿਰ ਕਿਹੜੇ ਆ? ਜਿਵੇਂ ਆਪਾਂ ਸਵਰ ਤਾਂ ਕਹਿ ਲਏ ਕਿ ਊੜਾ, ਆੜਾ, ਈੜੀ 3 ਹੈ। ਤਾਂ ਵਿਅੰਜਨ ਬੇਟਾ ਇਹਨਾਂ ਊੜਾ, ਆੜਾ, ਈੜੀ ਤੋਂ ਇਲਾਵਾ, ਇਹਨਾਂ ਤਿੰਨਾਂ ਤੋਂ ਇਲਾਵਾ ਆਪਣੀ ਜਿਹੜੀ ਗੁਰਮੁਖੀ ਵਰਨਮਾਲਾ ਦੇ ਵਿੱਚ ਬਾਕੀ ਸਾਰੇ ਬਚ ਗਏ, ਉਹ ਸਾਰੇ ਵਿਅੰਜਨ ਨੇ। ਕਿੰਨੇ ਬਚ ਗਏ? 41 ਤਾਂ ਸੀਗੀਆਂ ਆਪਣੇ ਕੁੱਲ ਵਰਨਮਾਲਾ ਦੇ ਅੱਖਰ, ਉਹਨਾਂ ਵਿੱਚੋਂ 3 ਹੋ ਗਏ ਸਵਰ ਤੇ ਬਾਕੀ 38 ਹੈ ਜਿਹੜੇ ਬਚ ਗਏ ਉਹ ਆਪਣੇ ਵਿਅੰਜਨ ਅੱਖਰ ਨੇ। ਇਹ ਤੁਸੀਂ ਆਪਣਾ ਸਾਰਾ ਊੜਾ, ਆੜਾ ਜਿਹੜਾ ਜੇ ਤੁਸੀਂ ਉੱਚੀ ਉਚਾਰ ਕੇ ਘਰੇ ਬੈਠ ਕੇ ਬੋਲ ਕੇ ਦੇਖੋਗੇ ਤਾਂ ਤੁਹਾਨੂੰ ਆਪਣੇ ਆਪ ਹੀ ਇਹ ਫਰਕ ਪਤਾ ਲੱਗਣਾ ਕਿ ਉਚਾਰਨ ਅੰਗ ਰੁਕਾਵਟ ਪਾਉਂਦੇ ਹੈ ਜਾਂ ਨਹੀਂ ਪਾਉਂਦੇ। ਊੜਾ, ਆੜਾ, ਈੜੀ ਇਹਨਾਂ ਨੂੰ ਉਚਾਰੋ। ਇਸ ਤੋਂ ਬਾਅਦ ਸੱਸੇ ਤੋਂ ਲੈ ਕੇ ਬਾਕੀ ਦੇ ਸਾਰੇ 38 ਵਿਅੰਜਨ ਹੈ ਜਿਹੜੇ ਉੱਚੀ ਬੋਲ ਕੇ ਦੇਖੋ, ਤੁਹਾਨੂੰ ਫਰਕ ਮਹਿਸੂਸ ਹੋਊਗਾ ਕਿ ਵਿਅੰਜਨ ਜਦੋਂ ਅਸੀਂ ਉਚਾਰਦੇ ਹਾਂ ਤਾਂ ਉਚਾਰਨ ਅੰਗ ਥੋੜੀ ਬਹੁਤ ਰੁਕਾਵਟ ਪਾਉਂਦੇ ਹੈ ਉਸ ਹਵਾ ਨੂੰ ਬਾਹਰ ਮੂੰਹ ਰਾਹੀਂ ਨਿਕਲਣ ਦੇ ਵਿੱਚ, ਜਿਹੜੀ ਹਵਾ ਅਸੀਂ ਬੋਲਣ ਵੇਲੇ ਬਾਹਰ ਕੱਢਦੇ ਹਾਂ।